ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਬਾਝ ਗੁਰੂ ਡੁੱਬਾ ਸੰਸਾਰ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਇਸ ਰਚਨਾ ਵਿੱਚ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਦੀਆਂ 10 ਅਵਸਥਾਵਾਂ ਦਾ ਵਰਣਨ ਕੀਤਾ ਹੈ, ਬਿਆਨ ਕੀਤਾ ਹੈ। ਇਹ ਰਚਨਾ ਰਾਗ ਮਾਝ ਵਿੱਚ ਦਰਜ ਹੈ। ਗੁਰੂ ਨਾਨਕ ਦੇਵ ਜੀ ਨੇ ਕੁੱਲ 3 ਵਾਰਾਂ ਰਚੀਆਂ ਹਨ। ਰਾਗ ਆਸਾ ਦੀ ਵਾਰ, ਰਾਗ ਮਾਝ ਦੀ ਵਾਰ ਅਤੇ ਰਾਗ ਮਲ੍ਹਾਰ ਦੀ ਵਾਰ। ਸੋ ਰਾਗ ਮਾਝ ਦੀ ਇਸ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਦੀ ਪਹਿਲੀ ਅਵਸਥਾ ਦਾ ਬਿਆਨ ਕਰਦਿਆਂ ਹੋਇਆਂ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਪਿਆਰ ਲੱਗਾ ਥਣ ਦੁੱਧ। ਜਦੋਂ ਜੀਵ ਇਸ ਸੰਸਾਰ 'ਤੇ ਪੈਦਾ ਹੁੰਦਾ ਹੈ, ਜਨਮ ਤੋਂ ਬਾਅਦ ਬੱਚੇ ਨੂੰ ਸਭ ਤੋਂ ਪਹਿਲਾਂ ਜੇ ਕਿਸੇ ਦੀ ਸੋਝੀ ਹੁੰਦੀ ਹੈ, ਪਤਾ ਚੱਲਦਾ ਹੈ, ਉਹ ਹੈ ਮਾਂ ਦਾ ਦੁੱਧ। ਮਾਂ ਦੇ ਦੁੱਧ ਦਾ ਸਵਾਦ ਜੋ ਹੈ, ਜੋ ਉਸਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ। ਦੂਜੇ ਮਾਏ ਬਾਪ ਕੀ ਸੁਧ। ਥੋੜ੍ਹਾ ਜਿਹਾ ਹੋਰ ਵੱਡਾ ਹੋਣ 'ਤੇ ਉਸਨੂੰ ਆਪਣੇ ਮਾਤਾ ਪਿਤਾ ਦੀ ਪਛਾਣ ਆਉਣੀ ਸ਼ੁਰੂ ਹੁੰਦੀ ਹੈ। ਤੀਜੇ ਭਇਆ ਭਾਬੀ ਵੇਬ। ਤੀਜੀ ਅਵਸਥਾ ਦੇ ਵਿੱਚ ਉਸਨੂੰ ਆਪਣੇ ਭੈਣ ਭਰਾਵਾਂ, ਦਾਦੀ, ਬੇਬੇ, ਵੱਡੀ ਭਾਬੀ ਨੂੰ ਵੀ ਕਿਹਾ ਜਾਂਦਾ ਹੈ, ਵੱਡੀ ਭੈਣ ਨੂੰ ਵੀ ਕਿਹਾ ਜਾਂਦਾ ਹੈ, ਦਾਦੀ ਨੂੰ ਵੀ ਕਿਹਾ ਜਾਂਦਾ ਹੈ, ਮਾਂ ਨੂੰ ਵੀ ਕਿਹਾ ਜਾਂਦਾ ਹੈ। ਸੋ ਇਸ ਅਵਸਥਾ ਦੇ ਵਿੱਚ ਉਸਨੂੰ ਆਪਣੇ ਖੂਨ ਦੇ ਰਿਸ਼ਤਿਆਂ ਦਾ ਗਿਆਨ ਹੁੰਦਾ ਹੈ। ਬੱਚਾ ਆਪਣੇ ਪਰਿਵਾਰ ਦੇ ਜੀਆਂ ਨੂੰ ਵੇਖ ਕੇ ਉਹਨਾਂ ਨੂੰ ਪਛਾਣਨਾ ਸ਼ੁਰੂ ਕਰ ਦਿੰਦਾ ਹੈ। ਚੌਥੇ ਪਿਆਰ ਉਪੰਨੀ ਖੇਡ। ਚੌਥੀ ਅਵਸਥਾ ਦੇ ਵਿੱਚ ਬੱਚੇ ਦਾ ਬਚਪਨਾ ਜੋ ਹੈ, ਉਹਦੇ ਵਿੱਚ ਉਸਨੂੰ ਖੇਡ ਦੇ ਨਾਲ ਪਿਆਰ ਹੋ ਜਾਂਦਾ ਹੈ, ਲਗਾਵ ਹੋ ਜਾਂਦਾ ਹੈ। ਕਿਉਂਕਿ ਇਹ ਉਮਰ ਜੋ ਹੈ ਬਚਪਨ ਦੀ, ਇਹ ਬਾਦਸ਼ਾਹੀ ਵਾਲੀ ਉਮਰ ਹੈ, ਜਿਸ ਦੇ ਵਿੱਚ ਬੱਚਾ ਬੜੀ ਬੇਪਰਵਾਹੀ ਦੇ ਨਾਲ ਮਸਤ ਜ਼ਿੰਦਗੀ ਜਿਉਂਦਾ ਹੈ, ਖੇਡਣ ਦੇ ਵਿੱਚ ਰੁੱਝ ਜਾਂਦਾ ਹੈ। ਪੰਜਵੇਂ ਖਾਣ ਪੀਣ ਕੀ ਧਾਤ। ਪੰਜਵੀਂ ਅਵਸਥਾ ਦੇ ਵਿੱਚ ਜਾ ਕੇ ਜੀਵ ਨੂੰ ਖਾਣ ਪੀਣ ਦੀ ਸੋਝੀ ਹੁੰਦੀ ਹੈ, ਭਾਵ ਉਸਦੀ ਜੀਭਾ ਦਾ ਜੋ ਸਵਾਦ ਹੈ ਉਸ ਦਾ ਉਸਨੂੰ ਗਿਆਨ ਹੁੰਦਾ ਹੈ। ਸ਼ਿਵੈ ਕਾਮ ਨ ਪੁੱਛੈ ਜਾਤ। ਛੇਵੀਂ ਅਵਸਥਾ ਦੇ ਵਿੱਚ ਜਾ ਕੇ ਜਦੋਂ ਜੀਵ ਥੋੜ੍ਹਾ ਹੋਰ ਵੱਡਾ ਹੁੰਦਾ ਹੈ, ਜਵਾਨੀ ਵਿੱਚ ਕਦਮ ਰੱਖਦਾ ਹੈ, ਉਸਦੇ ਹਿਰਦੇ ਵਿੱਚ ਕਾਮ ਵਾਸਨਾ ਪੈਦਾ ਹੁੰਦੀ ਹੈ। ਇਹ ਉਹ ਅਵਸਥਾ ਹੈ ਜਿਸ ਅਵਸਥਾ ਵਿੱਚ ਪੁੱਜ ਕੇ ਜੀਵ ਹਰ ਤਰ੍ਹਾਂ ਦੇ ਦੁਨਿਆਵੀ ਬੰਧਨਾਂ ਤੋਂ ਉੱਪਰ ਉੱਠ ਜਾਂਦਾ ਹੈ। ਉਸਦੇ ਹਿਰਦੇ ਦੇ ਵਿੱਚ ਕਿਸੇ ਧਰਮ ਜਾਂ ਜਾਤ ਦੇ ਪ੍ਰਤੀ ਜੋ ਹੈ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਰਹਿ ਜਾਂਦਾ। ਇਹ ਪਿਆਰ ਦੀ ਅਵਸਥਾ ਹੈ। ਉਸਦੇ ਹਿਰਦੇ ਵਿੱਚ ਪ੍ਰੇਮ ਪੈਦਾ ਹੋ ਜਾਂਦਾ ਹੈ, ਔਰ ਪ੍ਰੇਮ ਜੋ ਹੈ ਮਨੁੱਖਾ ਜ਼ਿੰਦਗੀ ਦੇ ਵਿੱਚ ਅਜਿਹਾ ਰੰਗ ਭਰ ਦਿੰਦਾ ਹੈ ਕਿ ਉਸਨੂੰ ਸਾਰਾ ਸੰਸਾਰ ਸੋਹਣਾ ਖੂਬਸੂਰਤ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਪ੍ਰੇਮ ਭਾਵੇਂ ਦੁਨਿਆਵੀ ਹੈ, ਭਾਵੇਂ ਰੂਹਾਨੀ ਹੈ, ਦੋਹਾਂ ਅਵਸਥਾਵਾਂ ਦੇ ਵਿੱਚ ਜੋ ਜੀਵ ਦੇ ਸਿਰ ਚੜ੍ਹ ਕੇ ਬੋਲਦਾ ਹੈ। ਸਤਵੇਂ ਸੰਝ ਕੀਆ ਘਰ ਵਾਸ। ਸੱਤਵੀਂ ਅਵਸਥਾ ਦੇ ਵਿੱਚ ਜਾ ਕੇ ਉਸਦੇ ਹਿਰਦੇ ਦੇ ਵਿੱਚ ਲੋਭ ਪੈਦਾ ਹੋ ਜਾਂਦਾ ਹੈ, ਭਾਵ ਵਿਆਹ ਬੰਧਨ ਦੇ ਵਿੱਚ ਬੰਧ ਜਾਣ ਤੋਂ ਬਾਅਦ ਗ੍ਰਸਥ ਜੀਵਨ ਦੀ ਸ਼ੁਰੂਆਤ ਕਰਕੇ ਉਸਦੇ ਹਿਰਦੇ ਵਿੱਚ ਲਾਲਚ ਇੰਨਾ ਪੈਦਾ ਹੋ ਜਾਂਦਾ ਹੈ, ਲੋਭ ਪੈਦਾ ਹੋ ਜਾਂਦਾ ਹੈ ਕਿ ਉਹ ਧਨ ਦੌਲਤ ਇਕੱਠਾ ਕਰਕੇ ਆਪਣੀਆਂ ਗ੍ਰਸਥ ਦੀਆਂ ਜੋ ਲੋੜਾਂ ਨੇ ਉਹਨਾਂ ਦੀ ਪੂਰਤੀ ਛੇਤੀ ਤੋਂ ਛੇਤੀ ਕਰਨ ਦੇ ਲਈ ਵੱਧ ਤੋਂ ਵੱਧ ਦੌਲਤ ਇਕੱਠੀ ਕਰਕੇ ਦੌਲਤਮੰਦ ਬਣਨ ਵੱਲ ਉਸਦਾ ਧਿਆਨ ਹੋ ਜਾਂਦਾ ਹੈ। ਅੱਠਵੇਂ ਕ੍ਰੋਧ ਹੋਆ ਤਨ ਨਾਸ। ਇਸ ਤੋਂ ਬਾਅਦ 8ਵੀਂ ਅਵਸਥਾ ਦੇ ਵਿੱਚ ਜਾ ਕੇ ਜੀਵ ਦੇ ਹਿਰਦੇ ਦੇ ਵਿੱਚ ਕ੍ਰੋਧ ਅਗਨੀ ਪੈਦਾ ਹੋ ਜਾਂਦੀ ਹੈ। ਜ਼ਿੰਮੇਵਾਰੀਆਂ ਦੇ ਖਲਜਗਨਾਂ ਦੇ ਵਿੱਚ ਗੁਆਚਿਆ ਹੋਇਆ ਮਨੁੱਖ ਆਪਣੇ ਹਿਰਦੇ ਦੇ ਵਿੱਚ ਕ੍ਰੋਧ ਦੀ ਭਾਵਨਾ ਇੰਨੀ ਪੈਦਾ ਕਰ ਲੈਂਦਾ ਹੈ ਕਿ ਦੂਸਰਿਆਂ ਨੂੰ ਵੇਖ ਕੇ ਇੱਕ ਤਰ੍ਹਾਂ ਦੇ ਨਾਲ ਸਾੜੇ ਦੇ ਭਾਵ ਪੈਦਾ ਹੁੰਦੇ ਹਨ। ਈਰਖਾ ਪੈਦਾ ਹੁੰਦੀ ਹੈ ਹਿਰਦੇ ਦੇ ਵਿੱਚ। ਔਰ ਗੁਰੂਦੇਵ ਜੀ ਨੇ ਫਰਮਾਇਆ ਹੈ ਕਿ 8ਵੇਂ ਕ੍ਰੋਧ ਹੋਆ ਤਨ ਨਾਸ। ਕਿਉਂਕਿ ਜਦੋਂ ਜੀਵ ਦੇ ਹਿਰਦੇ ਵਿੱਚ ਕ੍ਰੋਧ ਪੈਦਾ ਹੋ ਜਾਂਦਾ ਹੈ ਅਤੇ ਇਹ ਉਸਦੇ ਆਪਣੇ ਤਨ ਦੇ ਨਾਸ਼ ਦਾ ਕਾਰਨ ਬਣਦਾ ਹੈ। ਕਿਉਂਕਿ ਕ੍ਰੋਧ ਜੋ ਹੈ, ਗੁੱਸਾ ਕਰਨ ਦੇ ਨਾਲ ਮਨੁੱਖ ਕਿਸੇ ਦਾ ਕੁਝ ਵਿਗਾੜਨ ਦੀ ਬਜਾਏ ਆਪਣੀ ਦੇਹ ਦਾ, ਆਪਣੇ ਸਰੀਰ ਦਾ ਨਾਸ਼ ਕਰਦਾ ਹੈ। ਨਾਵੈ ਧੌਲੇ ਉੱਭੈ ਸਾ। ਅਤੇ ਇਸ ਤਰ੍ਹਾਂ ਨਿਰੰਤਰ ਜ਼ਿੰਮੇਵਾਰੀਆਂ ਵਿੱਚ ਗੁਆਚਿਆ ਮਨੁੱਖ ਜੋ ਹੈ ਖਲਜਗਨਾਂ ਦੀਆਂ
ਦੇ ਵਿੱਚ ਗੁਆਚਿਆ ਮਨੁੱਖ ਕ੍ਰੋਧ ਸਦਕਾ ਆਪਣੇ ਸਰੀਰ ਨੂੰ ਇੰਨਾ ਨਿਤਾਣਾ ਕਰ ਲੈਂਦਾ ਹੈ, ਕਮਜ਼ੋਰ ਕਰ ਲੈਂਦਾ ਹੈ ਕਿ ਉਹ ਬੁਢਾਪੇ ਦੀ ਅਵਸਥਾ ਦੇ ਵਿੱਚ ਪ੍ਰਵੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸਦਾ ਧੌਲੇ ਆ ਜਾਂਦੇ ਹਨ, ਉੱਭੇ ਸਾਹ ਲੈਂਦਾ ਹੈ, ਭਾਵ ਇੱਕ ਤਰ੍ਹਾਂ ਦੇ ਨਾਲ ਹੁਣ ਉਸ ਨੂੰ ਥਕਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ। 10ਵੇਂ ਦੱਧਾ ਹੋਆ ਸਵਾ, ਅਤੇ ਬੁਢਾਪੇ ਤੋਂ ਬਾਅਦ ਜੋ ਹੈ ਅਗਲਾ ਕਦਮ ਉਸਦਾ ਮੌਤ ਵੱਲ ਵੱਧਦਾ ਹੈ। 10ਵੀਂ ਅਵਸਥਾ ਦੇ ਵਿੱਚ ਜਾ ਕੇ ਉਹ ਰਾਖ ਦੀ ਢੇਰੀ ਬਣ ਜਾਂਦਾ ਹੈ, ਭਾਵ ਮਰਨ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ, ਅਤੇ ਉਸ ਤੋਂ ਬਾਅਦ ਮਿੱਟੀ ਦੇ ਯਾਨੀ ਕਿ ਨਾਸ਼ਵਾਨ ਸੰਸਾਰ ਦੇ ਵਿੱਚ ਨਾਸ਼ਵਾਨ ਜੀਵ ਜੋ ਹੈ ਇੱਕ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ। ਗਏ ਸਗੀਤ ਪੁਕਾਰੀ ਧਾ, ਉਸਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਉਸਦੇ ਸੰਗੀ ਸਾਥੀ ਮਿੱਤਰ ਪਿਆਰੇ ਉਸ ਨੂੰ ਯਾਦ ਕਰਦੇ ਹਨ, ਉਸਦੇ ਵਿਛੋੜੇ ਦੇ ਵਿੱਚ ਆਹਾਂ ਭਰਦੇ ਹਨ, ਧਾਹਾਂ ਮਾਰਦੇ ਹਨ। ਉੱਡਿਆ ਹੰਸ ਦਸਾਏ ਰਾਹ, ਪਰ ਜਿਨ੍ਹਾਂ ਜ਼ਿੰਮੇਵਾਰੀਆਂ ਦੇ ਵਿੱਚ ਜਾਂ ਜਿਨ੍ਹਾਂ ਮੋਹ ਮਾਇਆ ਦੇ ਰਿਸ਼ਤਿਆਂ ਦਾ ਗ੍ਰਸਿਆ ਹੋਇਆ ਇਨਸਾਨ ਪ੍ਰਭੂ ਤੋਂ ਬੇਮੁਖ ਹੋ ਜਾਂਦਾ ਹੈ, ਉਹੀ ਜੀਵ ਜਿਹੜੇ ਹਨ ਉਹ ਧਨ ਦੌਲਤ ਜੋ ਹੈ ਮੋਹ ਪਿਆਰ ਦੇ ਸਾਰੇ ਰਿਸ਼ਤੇ ਇਸ ਸੰਸਾਰ 'ਤੇ ਰਹਿ ਜਾਂਦੇ ਹਨ, ਅਤੇ ਉਸਦੇ ਸਰੀਰ ਦੇ ਵਿੱਚੋਂ ਆਤਮਾ ਰੂਪੀ ਹੰਸ ਜੋ ਹੈ ਉੱਡ ਕੇ ਅਗਲੇ ਰਾਹ 'ਤੇ ਚੱਲ ਪੈਂਦਾ ਹੈ। ਆਇਆ ਗਿਆ ਮੋਇਆ ਨਾਉ, ਇਸ ਤੋਂ ਬਾਅਦ ਸੰਗੀ ਸਾਥੀ ਉਸ ਦੀਆਂ ਯਾਦਾਂ ਦੇ ਵਿੱਚ ਸਮ੍ਰਿਤੀਆਂ ਦੇ ਵਿੱਚ ਗੁਆਚੇ ਹੋਏ ਉਹਦੀਆਂ ਗੱਲਾਂ ਕਰਦੇ ਹਨ, ਬਾਤਾਂ ਪਾਉਂਦੇ ਹਨ, ਭਾਵ ਇਸ ਤਰ੍ਹਾਂ ਜੀਵ ਜੋ ਹੈ ਸੰਸਾਰ 'ਤੇ ਆਉਂਦਾ ਹੈ ਅਤੇ ਆਪਣੇ ਜੀਵਨ ਦੇ ਵਿੱਚ ਕੋਈ ਚੰਗਾ ਕਰਮ ਕੀਤੇ ਬਗੈਰ, ਕੋਈ ਲੇਖੇ ਲਾਏ ਬਗੈਰ ਆਪਣੇ ਜੀਵਨ ਨੂੰ ਇਸ ਸੰਸਾਰ ਤੋਂ ਤੁਰ ਜਾਂਦਾ ਹੈ, ਅਤੇ ਮਰਨ ਤੋਂ ਬਾਅਦ ਸਿਰਫ ਉਸਦੇ ਨਾਮ ਜਾਂ ਉਸਦੀਆਂ ਸਿਮਰਤੀਆਂ ਉਸਦੇ ਪਿਆਰਿਆਂ ਦੇ ਦਿਲਾਂ ਵਿੱਚ ਰਹਿ ਜਾਂਦੀਆਂ ਹਨ। ਪਿੱਛੇ ਪੱਤਲ ਸੱਦੈ ਕਾਵ, ਉਸ ਤੋਂ ਬਾਅਦ ਉਸਦੇ ਮਿੱਤਰ ਪਿਆਰੇ ਜੋ ਹਨ, ਉਸਦੇ ਪਰਿਵਾਰਿਕ ਜੋ ਰਿਸ਼ਤੇ ਨਾਤੇ ਜਿੰਨੇ ਵੀ ਨਜ਼ਦੀਕੀ ਰਿਸ਼ਤੇਦਾਰ ਹਨ, ਉਸਦੇ ਨਾਮ ਦੀਆਂ ਪੱਤਲਾਂ ਖਵਾਉਂਦੇ ਹਨ ਕਾਵਾਂ ਨੂੰ। ਪਰ ਗੁਰੂ ਦੇਵ ਜੀ ਨੇ ਇਸ ਰਚਨਾ ਦੇ ਵਿੱਚ ਇਹੀ ਸੰਦੇਸ਼ ਦਿੱਤਾ ਹੈ ਕਿ ਜਿਉਂਦੇ ਜੀ ਜਿਸ ਮਨੁੱਖ ਨੇ ਕਦੀ ਆਪਣੇ ਹੱਥੋਂ ਦਾਨ ਨਹੀਂ ਕੀਤਾ, ਕੋਈ ਪੁੰਨ ਨਹੀਂ ਕੀਤਾ, ਬਾਅਦ ਦੇ ਵਿੱਚ ਉਸਦੇ ਨਾਮ ਦੀਆਂ ਪੱਤਲਾਂ ਨੂੰ ਕਾਵਾਂ ਨੂੰ ਪੱਤਲਾਂ ਖਵਾਈਆਂ ਜਾਂਦੀਆਂ ਹਨ। ਨਾਨਕ ਮਨਮੁਖ ਅੰਧ ਪਿਆਰ, ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਜਿਹੜਾ ਮਨਮੁਖ ਜੀਵ ਹੈ, ਜਿਹੜਾ ਮਨ ਦੇ ਪਿੱਛੇ ਲੱਗਦਾ ਹੈ, ਕਿਉਂਕਿ ਮਨ ਚੰਚਲ ਹੈ, ਜੀਵ ਨੂੰ ਇਸ ਸ੍ਰਿਸ਼ਟੀ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਉਲਝਾਉਂਦਾ ਹੈ। ਜਿਹੜਾ ਜੀਵ ਮਨ ਦੇ ਪਿੱਛੇ ਲੱਗ ਕੇ ਦੁਨਿਆਵੀ ਮੋਹ ਮਾਇਆ ਦੇ ਵਿੱਚ ਅੰਨੇ ਪਿਆਰ ਦੇ ਵਿੱਚ ਗੁਆਚ ਜਾਂਦਾ ਹੈ, ਉਹ ਜੀਵ ਜੋ ਹੈ ਉਸਦਾ ਆਉਣਾ ਇਸ ਸੰਸਾਰ 'ਤੇ ਸਫਲ ਨਹੀਂ ਹੁੰਦਾ। ਕਿਉਂਕਿ ਉਹ ਗੁਰਮੁਖ ਨਹੀਂ ਹੈ, ਉਸਨੇ ਕਿਸੇ ਦਾ ਭਲਾ ਨਹੀਂ ਕੀਤਾ, ਉਸਨੇ ਸੱਚਾ ਗੁਰੂ ਧਾਰਨ ਨਹੀਂ ਕੀਤਾ, ਭਾਵ ਉਸ ਨੇ ਕਿਸੇ ਤੋਂ ਜ਼ਿੰਦਗੀ ਦਾ ਜੋ ਰਾਹ ਹੈ, ਸੁਨਹਿਰਾ ਰਾਹ ਹੈ, ਜੋ ਸੱਚ ਦਾ ਮਾਰਗ ਹੈ, ਉਸ 'ਤੇ ਚੱਲਣ ਦੀ ਪ੍ਰੇਰਨਾ ਨਹੀਂ ਲਈ। ਉਸਨੇ ਕਿਸੇ ਚੰਗੇ ਵਿਦਵਾਨ ਦਾ ਸਾਥ ਨਹੀਂ ਲਿਆ, ਕੋਈ ਚੰਗਾ ਕਰਮ ਨਹੀਂ ਕੀਤਾ, ਕੋਈ ਚੰਗਾ ਸੁਣਿਆ ਨਹੀਂ, ਕੁਝ ਚੰਗਾ ਕੀਤਾ ਨਹੀਂ ਸਮਾਜ ਦੇ ਭਲੇ ਦੇ ਲਈ, ਜਨ ਕਲਿਆਣ ਦੇ ਲਈ ਕੁਝ ਨਹੀਂ ਕੀਤਾ। ਉਸ ਜੀਵ ਨੇ ਆਪਣੇ ਆਪ ਦੇ ਲਈ ਨਹੀਂ ਕੁਝ ਕੀਤਾ, ਬਲਕਿ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਵਿੱਚ ਇੰਨਾ ਗੁਆਚਿਆ ਰਿਹਾ ਕਿ ਆਪਣਾ ਆਪਾ ਉਸਨੇ ਖਤਮ ਕਰ ਲਿਆ, ਆਪਣਾ ਜੀਵਨ ਉਸਦਾ ਨਾਸ਼ ਕਰ ਲਿਆ। ਬਾਝ ਗੁਰੂ ਡੁੱਬਾ ਸੰਸਾਰ, ਕਿਉਂਕਿ ਮਨ ਦੇ ਪਿੱਛੇ ਲੱਗਣ ਵਾਲਾ ਮਨੁੱਖ ਜੋ ਹੈ, ਮਨ ਮਰਜ਼ੀ ਦਾ ਮਾਲਕ ਜੋ ਮਨੁੱਖ ਹੈ, ਉਹ ਇਸ ਸੰਸਾਰ ਦੇ ਵਿੱਚ ਆ ਕੇ ਅਜਾਈਂ ਆਪਣੀ ਜ਼ਿੰਦਗੀ ਭੋਹ ਦੇ ਭਾੜੇ ਗਵਾ ਦਿੰਦਾ ਹੈ। ਕਿਉਂਕਿ ਉਸ ਨੂੰ ਨੇ ਕੋਈ ਸੱਚਾ ਗੁਰੂ ਧਾਰਨ ਨਹੀਂ ਕੀਤਾ, ਔਰ ਸੱਚੇ ਗੁਰੂ ਤੋਂ ਬਿਨਾਂ ਕੋਈ ਸੱਚਾ ਗਿਆਨ ਨਹੀਂ ਦੇ ਸਕਦਾ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਇਸ ਰਚਨਾ ਦੇ ਵਿੱਚ ਗੁਰੂ ਦੀ ਮਹਿਮਾ ਦਾ ਵੀ ਖੰਡਨ ਕੀਤਾ ਹੈ, ਅਤੇ ਮਨੁੱਖੀ ਜੀਵਨ ਦੀਆਂ 10 ਅਵਸਥਾਵਾਂ ਦਾ ਬਿਆਨ ਕਰਦਿਆਂ ਹੋਇਆਂ ਮਨੁੱਖ ਦੀ ਜੀਵਨ ਦੇ ਵਿੱਚ ਜੋ ਬੇਤਰਤੀਬੀ ਹੈ,
ਉਸ ਦੇ ਰਾਹੀਂ ਸੰਦੇਸ਼ ਦਿੱਤਾ ਹੈ ਕਿ ਮਨੁੱਖ ਨੂੰ ਇਸ ਸੰਸਾਰ ਰੂਪੀ ਕਰਮ ਭੂਮੀ 'ਤੇ ਆ ਕੇ ਚੰਗੇ ਕਰਮ ਕਰਕੇ ਆਪਣੇ ਜੀਵਨ ਨੂੰ ਲੇਖੇ ਲਾਉਣਾ ਚਾਹੀਦਾ ਹੈ। ਧੰਨਵਾਦ।